Hello guys, today we start chapter number 1 crop production and management. Crop production means कि crop ਨੂੰ ਪੈਦਾ ਕਰਨਾ और management यानी ਉਹਦੀ ਸਾਂਭ ਸੰਭਾਲ ਕਰਨੀ ਤਾਂ ਕਿ ਅਸੀਂ ਉਹਨੂੰ ਪੂਰਾ ਸਾਲ ਯੂਜ਼ ਕਰ ਸਕੀਏ। ਤੋ crop production ਦੇ ਲਈ ਕੁਝ ਚੀਜ਼ਾਂ ਦੀ ਜਿੱਦਾਂ ਟੂਲਸ ਹੁੰਦੇ ਹੈ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਜਿੱਦਾਂ ਕਿ ਖੁਰਪੀ ਹੋ ਗਈ, ਸ਼ਾਵਲ ਹੋ ਗਿਆ, ਪਲਗ ਹੋ ਗਿਆ ਔਰ ਆਪਾਂ ਨੂੰ ਕ੍ਰੌਪ ਪ੍ਰੋਡਕਸ਼ਨ ਦੀ ਜ਼ਰੂਰਤ ਕਿਉਂ ਹੁੰਦੀ ਹੈਗੀ ਆ। ਤੋ ਕ੍ਰੌਪ ਪ੍ਰੋਡਕਸ਼ਨ ਦੀ ਜ਼ਰੂਰਤ ਇਸ ਕਰਕੇ ਹੈ ਕਿ ਸਾਡੀਆਂ ਫੂਡ ਦੀਆਂ ਨੀਡਸ ਜਿਹੜੀਆਂ ਉਹਨਾਂ ਨੂੰ ਅਸੀਂ ਪੂਰਾ ਕਰ ਸਕੀਏ। ਤੋ ਬੇਟਾ ਤੁਹਾਡੇ ਲਈ ਕੁਐਸਚਨ ਹੈ, ਉਹਦੇ ਲਈ ਤੁਸੀਂ ਆਨਸਰ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈ ਕਿ ਵਾਈ ਸ਼ੁੱਡ ਵੀ ਈਟ ਫੂਡ, ਅਸੀਂ ਫੂਡ ਕਿਉਂ ਖਾਂਦੇ ਹੈਗੇ ਆ। ਔਰ ਸੈਕਿੰਡ ਕੁਐਸਚਨ ਹੈ ਕਿ ਪਲਾਂਟਸ ਜੋ ਹੈਗੇ ਆ ਉਹ ਆਪਣਾ ਫੂਡ ਖੁਦ ਬ ਖੁਦ ਬਣਾਉਂਦੇ ਹੈਗੇ, ਸਾਨੂੰ ਪਤਾ ਹੈਗਾ ਆ, from carbon dioxide and water। तो इस प्रोसेस ਨੂੰ ਅਸੀਂ ਕੀ ਕਹਿੰਦੇ ਹੈਗੇ ਆ, ਇਹ ਵੀ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈਗਾ ਆ। ਤੋ ਸਾਨੂੰ ਪਤਾ ਹੈ ਕਿ ਪਲਾਂਟਸ ਜਿਹੜੇ ਆ ਉਹ ਆਪਣਾ ਫੂਡ ਆਪ ਬਣਾਉਂਦੇ ਹੈਗੇ ਆ, ਪਰ ਐਨੀਮਲਸ ਜਿਹੜੇ ਹੈਗੇ ਆ ਉਹ ਆਪਣਾ ਫੂਡ ਆਪਣੇ ਫੂਡ ਦੇ ਲਈ ਦੂਸਰਿਆਂ 'ਤੇ ਡਿਪੈਂਡ ਕਰਦੇ ਆ, ਚਾਹੇ ਉਹ ਪਲਾਂਟਸ ਹੋ ਗਏ ਜਾਂ ਦੂਸਰੇ ਕੋਈ ਹੋਰ ਐਨੀਮਲਸ ਹੋ ਗਏ। ਤੋ ਸਾਨੂੰ ਫੂਡ ਦੀ ਜ਼ਰੂਰਤ ਕਿਉਂ ਹੁੰਦੀ ਹੈਗੀ ਆ ਕਿ ਤਾਂ ਕਿ ਸਾਨੂੰ ਐਨਰਜੀ ਮਿਲ ਸਕੇ ਔਰ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰ ਸਕੀਏ ਜਾਂ ਸਾਡੀ ਬਾਡੀ ਜਿਹੜੀ ਹੈਗੀ ਆ ਉਹ ਅਲੱਗ-ਅਲੱਗ ਪ੍ਰੋਸੈਸਿਸ ਜਿਹੜੇ ਹੈ ਉਹ ਕਰ ਸਕੇ, ਜਿੱਦਾਂ ਕਿ ਡਾਈਜੈਸ਼ਨ ਹੋ ਗਿਆ, ਰੈਸਪੀਰੇਸ਼ਨ ਹੋ ਗਈ, ਇਹ ਵਾਲੇ ਪ੍ਰੋਸੈਸਿਸ ਕਰ ਸਕੇ। ਤੋ ਹੁਣ ਸਾਨੂੰ ਪਤਾ ਹੈ ਕਿ ਪੂਰੇ ਵਰਲਡ ਦੀ ਇੰਨੀ ਬੜੀ ਪਾਪੂਲੇਸ਼ਨ ਹੈਗੀ ਆ ਜਾਂ ਪੂਰੀ ਕੰਟਰੀ ਦੀ ਕਾਫੀ ਵੱਡੀ ਪਾਪੂਲੇਸ਼ਨ ਹੁੰਦੀ ਆ। ਤੋ ਇਸ ਪੂਰੀ ਪਾਪੂਲੇਸ਼ਨ ਦੇ ਲਈ ਫੂਡ ਜਿਹੜਾ ਹੈਗਾ ਆ ਉਹ ਕਿਸ ਤਰ੍ਹਾਂ ਪ੍ਰੋਵਾਈਡ ਕਰਾਇਆ ਜਾ ਸਕਦਾ ਹੈ। ਤੋ ਇਹਦੇ ਲਈ ਸਾਨੂੰ ਕੰਟੀਨਿਊਲੀ ਕੀ ਕਰਨੀ ਪੈਂਦੀ ਹੈਗੀ ਆ, ਪ੍ਰੋਡਕਸ਼ਨ ਕਰਨੀ ਪੈਂਦੀ ਆ ਕ੍ਰੌਪ ਦੀ, ਔਰ ਉਹਨੂੰ ਸਹੀ ਢੰਗ ਦੇ ਨਾਲ ਮੈਨੇਜ ਕਰਨਾ ਪੈਂਦਾ ਹੈ ਔਰ ਫੂਡ ਦੀ ਡਿਸਟਰੀਬਿਊਸ਼ਨ ਕਰਨੀ ਪੈਂਦੀ ਹੈਗੀ ਆ। ਨੈਕਸਟ ਹੈ ਸਾਡਾ ਟੌਪਿਕ ਐਗਰੀਕਲਚਰਲ ਪ੍ਰੈਕਟਿਸਿਸ। ਐਗਰੀਕਲਚਰਲ ਪ੍ਰੈਕਟਿਸਿਸ ਦੇ ਵਿੱਚ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਐਗਰੀਕਲਚਰ ਕੀ ਹੈ। ਐਗਰੀਕਲਚਰ ਦਾ ਮਤਲਬ ਹੈ ਕਿ ਜਦੋਂ ਅਸੀਂ ਇੱਕੋ ਹੀ ਕਿਸਮ ਦੇ ਬਹੁਤ ਸਾਰੀ ਕਿਸਮ ਦੀਆਂ ਫਸਲਾਂ ਜਿਹੜੀਆਂ ਹੈਗੀਆਂ ਆ ਅਲੱਗ-ਅਲੱਗ ਫੀਲਡਸ ਦੇ ਵਿੱਚ ਜਦੋਂ ਉਗਾਉਂਦੇ ਹੈਗੇ ਆ ਜਾਂ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਜਾ ਕੇ ਉਗਾਉਂਦੇ ਹੈਗੇ ਆ ਤਾਂ ਉਹਨੂੰ ਅਸੀਂ ਐਗਰੀਕਲਚਰ ਕਹਿੰਦੇ ਹੈਗੇ ਆ। ਤਾਂ ਪੁਰਾਣੇ ਟਾਈਮ ਦੇ ਵਿੱਚ, ਨੋਮੈਟਿਕ ਟਾਈਮ ਦੇ ਵਿੱਚ ਜੋ ਲੋਕ ਸੀਗੇ ਉਹ ਇੱਧਰ ਉੱਧਰ ਜੰਗਲਾਂ ਦੇ ਵਿੱਚ ਘੁੰਮਦੇ ਸੀ ਫੂਡ ਦੇ ਲਈ ਔਰ ਸ਼ੈਲਟਰ ਦੇ ਲਈ। ਉਹ ਕੱਚੇ ਹੀ ਫਰੂਟ, ਵੈਜੀਟੇਬਲਸ, ਈਵਨ ਕਿ ਉਹ ਐਨੀਮਲਸ ਦਾ ਮਾਸ ਵੀ ਕੱਚਾ ਹੀ ਖਾ ਜਾਂਦੇ ਸੀਗੇ। ਹੌਲੀ ਹੌਲੀ ਉਹਨਾਂ ਨੇ ਲੈਂਡ ਨੂੰ ਕਲਟੀਵੇਟ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਕਾਰਨ ਉਹਨਾਂ ਨੇ ਫਸਲਾਂ ਜਿਹੜੀਆਂ ਹੈ ਉਹ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ। ਤਾਂ ਇਸ ਤਰ੍ਹਾਂ ਐਗਰੀਕਲਚਰ ਜਿਹੜੀ ਹੈਗੀ ਆ ਉਹ ਹੋਂਦ ਵਿੱਚ ਆਈ। ਨੈਕਸਟ ਹੈ ਕ੍ਰੌਪ। ਕ੍ਰੌਪ ਕੀ ਹੁੰਦੀ ਹੈਗੀ ਆ ਕਿ ਜਦੋਂ ਅਸੀਂ ਸੇਮ ਕਾਈਂਡ ਦੇ ਪਲਾਂਟਸ ਜਿਹੜੇ ਹੈਗੇ ਆ, ਜਿੱਦਾਂ ਕਿ ਅੱਜ ਕੱਲ੍ਹ ਜੋ ਖੇਤਾਂ ਦੇ ਵਿੱਚ ਫਸਲ ਉੱਗੀ ਹੈ ਦੈਟ ਆਰ ਦਾ ਪੈਡੀ, ਝੋਨਾ ਹੈ। ਤੋ ਤੁਹਾਨੂੰ ਪੂਰੇ ਖੇਤ ਦੇ ਅੰਦਰ ਪੈਡੀ ਦੇ ਹੀ ਪਲਾਂਟ ਜਿਹੜੇ ਹੈ ਉਹ ਨਜ਼ਰ ਆਉਂਦੇ ਹੈਗੇ ਆ। ਤੋ ਜਦੋਂ ਵੀ ਸੇਮ ਕਾਈਂਡ ਦੇ ਪਲਾਂਟਸ ਇੱਕ ਫੀਲਡ ਦੇ ਵਿੱਚ ਉਗਾਏ ਜਾਂਦੇ ਹੈਗੇ ਆ ਤਾਂ ਉਹਨੂੰ ਅਸੀਂ ਕ੍ਰੌਪ ਕਹਿ ਦਿੰਦੇ ਹੈਗੇ ਆ। ਕੁਛ ਏਰੀਆਜ਼ ਦੇ ਵਿੱਚ ਲੋਕ ਸੀਜ਼ਨ ਦੇ ਹਿਸਾਬ ਦੇ ਨਾਲ ਫਸਲਾਂ ਜਿਹੜੀਆਂ ਉਗਾਉਂਦੇ ਹੈਗੇ ਆ, ਸੀਰੀਅਲਸ ਹੋ ਗਏ, ਵੈਜੀਟੇਬਲਸ ਹੋ ਗਏ, ਫਰੂਟਸ ਹੋ ਗਏ। ਤੋ ਇਹ ਸੀਜ਼ਨ ਦੇ ਅਕੋਰਡਿੰਗ ਹੁੰਦਾ ਹੈ ਕਿਉਂਕਿ ਇੰਡੀਆ ਜਿਹੜਾ ਹੈ ਉਹ ਬਹੁਤ ਹੀ ਵੱਡੀ ਕੰਟਰੀ ਹੈਗੀ ਆ ਔਰ ਇਹਦਾ ਹਰ ਏਰੀਆ ਦਾ ਐਟਮੋਸਫੇਅਰ ਜਾਂ ਟੈਂਪਰੇਚਰ ਜਾਂ ਕਲਾਈਮੇਟ ਜਾਂ ਰੇਨਫਾਲ ਜਿਹੜੀ ਹੈ ਉਹ ਅਲੱਗ-ਅਲੱਗ ਹੈਗੀ ਆ। ਤੋ ਇਹਨਾਂ ਚੀਜ਼ਾਂ 'ਤੇ ਡਿਪੈਂਡ ਹੁੰਦੇ ਹੋਏ ਅਸੀਂ ਕਾਮਨਲੀ ਫਸਲਾਂ ਨੂੰ 2 ਟਾਈਪਸ ਦੇ ਵਿੱਚ ਯਾਨੀ ਕ੍ਰੌਪਸ ਨੂੰ 2 ਟਾਈਪਸ ਦੇ ਵਿੱਚ ਡਿਵਾਈਡ ਕੀਤਾ ਹੈ, ਦੈਟ ਆਰ ਦਾ ਖਰੀਫ ਕ੍ਰੌਪਸ ਐਂਡ ਰੱਬੀ ਕ੍ਰੌਪਸ। ਖਰੀਫ ਕ੍ਰੌਪਸ ਕਿਹੜੀਆਂ ਹੁੰਦੀਆਂ ਹੈਗੀਆਂ, ਉਹ ਕ੍ਰੌਪਸ ਹੁੰਦੀਆਂ ਹੈ ਜਿਹੜੀਆਂ ਰੇਨੀ ਸੀਜ਼ਨ ਦੇ ਦੌਰਾਨ ਉਗਾਈਆਂ ਜਾਂਦੀਆਂ ਹੈਗੀਆਂ ਆ। ਜਿੱਦਾਂ ਕਿ ਅੱਜ ਕੱਲ੍ਹ ਰੇਨੀ ਸੀਜ਼ਨ ਚੱਲਦਾ ਹੈ ਤਾਂ ਅੱਜ ਕੱਲ੍ਹ ਅਸੀਂ ਪੈਡੀ ਉਗਾਉਂਦੇ ਹੈ, ਮੇਜ਼, ਸੋਇਆਬੀਨ, ਗਰਾਊਂਡਨਟ, ਕਾਟਨ, ਇਹ ਸਾਰੀਆਂ ਚੀਜ਼ਾਂ ਉਗਾਈਆਂ ਜਾਂਦੀਆਂ ਹੈ ਇਹ ਵਾਲੀਆਂ ਫਸਲਾਂ। ਔਰ ਇਹ ਜੋ ਖਰੀਫ ਕ੍ਰੌਪ ਦਾ ਜੋ ਸੀਜ਼ਨ ਹੈ ਇਹ ਮੇਨਲੀ ਜੂਨ ਟੂ ਸਤੰਬਰ ਹੁੰਦਾ ਹੈਗਾ ਆ ਔਰ ਇਹਨਾਂ ਨੂੰ ਅਸੀਂ ਖਰੀਫ ਕ੍ਰੌਪਸ ਕਹਿੰਦੇ ਹੈਗੇ ਆ। ਨੈਕਸਟ ਆ ਜਾਂਦੀ ਹੈ ਰੱਬੀ ਕ੍ਰੌਪਸ। ਰੱਬੀ ਕ੍ਰੌਪਸ ਵਿੰਟਰ ਸੀਜ਼ਨ ਵਿੱਚ ਉੱਗਣ ਵਾਲੀਆਂ ਫਸਲਾਂ ਨੂੰ ਅਸੀਂ ਰੱਬੀ ਕ੍ਰੌਪਸ ਕਹਿੰਦੇ ਹੈਗੇ ਆ ਔਰ ਇਹ ਮੋਸਟਲੀ ਹੁੰਦੀਆਂ ਹੈ ਵੀਟ ਹੋ ਗਈ, ਗ੍ਰਾਮਸ ਹੋ ਗਏ,
ਪੀ ਹੋ ਗਿਆ, ਮਸਟਰਡ ਹੋ ਗਿਆ, ਇਹ ਸਾਰੀਆਂ ਐਗਜ਼ਾਮਪਲ ਹੈ ਰੱਬੀ ਕ੍ਰੌਪਸ ਦੀਆਂ। ਔਰ ਇਹਦਾ ਰੱਬੀ ਕ੍ਰੌਪਸ ਦਾ ਜੋ ਟਾਈਮ ਪੀਰੀਅਡ ਹੈ ਉਹ ਜਨਰਲੀ ਅਕਤੂਬਰ ਟੂ ਮਾਰਚ ਦੇ ਬਿਟਵੀਨ ਹੁੰਦਾ ਹੈਗਾ ਆ। ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਫਸਲਾਂ ਉਗਾਈਆਂ ਜਾਂਦੀਆਂ ਹੈ ਅਕੋਰਡਿੰਗ ਟੂ ਏਰੀਆ। ਦਾਲਾਂ, ਸਬਜ਼ੀਆਂ, ਇਹ ਸਾਰੀਆਂ ਚੀਜ਼ਾਂ ਉਗਾਈਆਂ ਜਾਂਦੀਆਂ ਹੈਗੀਆਂ। ਨੈਕਸਟ ਕੁਐਸਚਨ ਤੁਹਾਡੇ ਲਈ ਹੈ ਕਿ ਵਾਈ ਕੈਨ ਪੈਡੀ ਨਾਟ ਬੀ ਗਰੋਨ ਇਨ ਦਾ ਵਿੰਟਰ ਸੀਜ਼ਨ। ਪੈਡੀ ਨੂੰ ਵਿੰਟਰ ਸੀਜ਼ਨ ਵਿੱਚ ਕਿਉਂ ਗਰੋ ਨਹੀਂ ਕੀਤਾ ਜਾਂਦਾ, ਇਹਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਹੈ ਬੇਟਾ। ਹੁਣ ਫਸਲਾਂ ਨੂੰ ਕੰਟੀਨਿਊਲੀ ਪੈਦਾ ਕਰਨ ਦੇ ਲਈ ਸਾਨੂੰ ਕੁਝ ਬੇਸਿਕ ਪ੍ਰੈਕਟਿਸ ਕਰਨੇ ਪੈਂਦੇ ਹੈਗੇ ਆ, ਖੇਤਾਂ ਦੀ ਤਿਆਰੀ ਕਰਨੀ ਪੈਂਦੀ ਹੈਗੀ ਆ, ਤਾਂ ਹੀ ਜਾ ਕੇ ਫਸਲਾਂ ਜਿਹੜੀਆਂ ਹੈ ਉਹ ਉੱਗਦੀਆਂ ਹੈਗੀਆਂ ਆ। ਤੋ ਇਹ ਮੇਨਟੇਨ ਕਰਨ ਦੇ ਲਈ ਕੁਝ ਪ੍ਰੈਕਟਿਸਿਸ ਹੈ, ਜਿੱਦਾਂ ਕਿ ਸੋਇਲ ਨੂੰ ਪ੍ਰਪੇਅਰ ਕਰਨਾ, ਬੀਜਾਂ ਨੂੰ ਬੀਜਣਾ, ਖੇਤਾਂ ਵਿੱਚ ਮੈਨਿਓਰ ਔਰ ਫਰਟੀਲਾਈਜ਼ਰ ਨੂੰ ਪਾਣਾ, ਇਰੀਗੇਸ਼ਨ ਯਾਨੀ ਫਸਲਾਂ ਨੂੰ ਪਾਣੀ ਲਗਾਉਣਾ, ਪ੍ਰੋਟੈਕਸ਼ਨ ਕਰਨਾ ਵੀਡਸ ਤੋਂ, ਯਾਨੀ ਕਿ ਜਿਹੜੇ ਐਕਸਟਰਾ ਪੌਦੇ ਉੱਗੇ ਆਉਂਦੇ ਹੈਗੇ ਆ ਫਸਲਾਂ ਦੇ ਨਾਲ, ਉਹਨਾਂ ਤੋਂ ਬਚਾਉਣਾ। ਉਹਨਾਂ ਨੂੰ ਅਸੀਂ ਹੱਥ ਨਾਲ ਪੁੱਟ ਕੇ ਜਾਂ ਪੈਸਟੀਸਾਈਡਸ ਦਾ ਇਸਤੇਮਾਲ ਕਰਕੇ ਅਸੀਂ ਫਸਲਾਂ ਦੀ ਪ੍ਰੋਟੈਕਸ਼ਨ ਕਰਦੇ ਹੈ। ਔਰ ਜਦੋਂ ਫਸਲ ਪੱਕ ਜਾਂਦੀ ਹੈ ਦੈਨ ਉਹਦੀ ਹਾਰਵੈਸਟਿੰਗ ਕਰ ਲਈ ਜਾਂਦੀ ਹੈ, ਯਾਨੀ ਫਸਲਾਂ ਦੀ ਕਟਾਈ ਕਰ ਲਈ ਜਾਂਦੀ ਹੈ। ਫਸਲ ਜਦੋਂ ਕੱਟੀ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਸਟੋਰ ਕਰ ਲਿਆ ਜਾਂਦਾ ਹੈ। If you like my video, like, share and comment it. If you want more videos, then subscribe my channel.